ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਨੂੰ ਬਾਬਾ ਸ਼੍ਰੀ ਚੰਦ ਜੀ ਨਾਲ ਸੰਬੰਧਿਤ ਇੱਕ ਸਾਖੀ ਦੱਸਣ ਜਾ ਰਹੇ ਹਾਂ। ਇਸ ਸਾਖੀ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਨੇ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਇੱਕ ਦਿਨ ਬਾਬਾ ਸ਼੍ਰੀ ਚੰਦ ਜੀ ਸੁਲਤਾਨਪੁਰ ਤੋਂ ਤਲਵੰਡੀ ਗਏ। ਤਦ ਦਾਦਾ ਕਾਲੂ ਰਾਏ ਜੀ ਨੇ ਜਦ ਪੋਤਰੇ ਦਾ ਸੁੰਦਰ ਮੂੰਹ ਦੇਖਿਆ ਤਾਂ ਉਹ ਬਹੁਤ ਜ਼ਿਆਦਾ ਪ੍ਰਸੰਨ ਹੋਏ। ਬਾਬਾ ਸ਼੍ਰੀ ਚੰਦ ਜੀ ਦਾ ਸੁੰਦਰ ਮੁਖ ਦੇਖ ਕੇ ਦਾਦਾ ਜੀ ਬਹੁਤ ਜ਼ਿਆਦਾ ਖੁਸ਼ ਹੋਏ। ਦਾਦਾ ਕਾਲੂ ਰਾਏ ਜੀ ਨੇ ਸੋਚਿਆ ਕਿ ਇਹਨਾਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ। ਉਹਨਾਂ ਦੇ ਕੋਲ ਪੰਡਿਤ ਹਰਦਿਆਲ ਜੀ ਰਹਿੰਦੇ ਸਨ। ਤਦ ਦਾਦਾ ਜੀ ਨੇ ਪੰਡਿਤ ਹਰਦਿਆਲ ਜੀ ਨੂੰ ਕਿਹਾ ਕਿ ਮੇਰਾ ਪੋਤਰਾ ਬਹੁਤ ਜ਼ਿਆਦਾ ਹੋਣਹਾਰ ਹੈ ਅਤੇ ਪੜ੍ਹਨ ਦੇ ਯੋਗ ਹੋ ਗਿਆ ਹੈ। ਜੇਕਰ ਆਪ ਜੀ ਦੀ ਆਗਿਆ ਹੋਵੇ ਤਾਂ ਤੁਹਾਡੀ ਪਾਠਸ਼ਾਲਾ ਵਿੱਚ ਪੜ੍ਹਨ ਲਈ ਪਾ ਦਿਆਂ। ਪੰਡਿਤ ਹਰਦਿਆਲ ਜੀ ਬੜੇ ਖੁਸ਼ ਹੋ ਕੇ ਬੋਲੇ ਕਿ ਮੇਰੇ ਧੰਨ ਭਾਗ ਜੋ ਬੇਦੀ ਕੁਲ ਦੇ ਭੂਸ਼ਣ ਮੇਰੀ ਪਾਠਸ਼ਾਲਾ ਵਿੱਚ ਪੜ੍ਹਨ ਆਣਗੇ। ਤੁਸੀਂ ਉਹਨਾਂ ਨੂੰ ਪੜ੍ਹਨ ਲਈ ਕੱਲ ਭੇਜ ਦਿਓ। ਦੂਸਰੇ ਦਿਨ ਬਾਬਾ ਸ਼੍ਰੀ ਚੰਦ ਜੀ ਪਾਠਸ਼ਾਲਾ ਵਿੱਚ ਪੜ੍ਹਨ ਲਈ ਚਲੇ ਗਏ। ਥੋੜੇ ਹੀ ਸਮੇਂ ਵਿੱਚ ਬਾਬਾ ਸ਼੍ਰੀ ਚੰਦ ਜੀ ਨੇ ਧਾਰਮਿਕ ਗ੍ਰੰਥ ਯਾਦ ਕਰ ਲਏ। ਭਗਵਤ ਗੀਤਾ ਜ਼ੁਬਾਨੀ ਯਾਦ ਕਰ ਲਈ। ਸਾਰੇ ਕਰਮ ਕਾਂਡ ਬਾਬਾ ਸ਼੍ਰੀ ਚੰਦ ਜੀ ਨੂੰ ਜ਼ੁਬਾਨੀ ਯਾਦ ਹੋ ਗਏ। ਪੰਡਿਤ ਹਰਦਿਆਲ ਜੀ ਬਹੁਤ ਜ਼ਿਆਦਾ ਹੈਰਾਨ ਸਨ। ਉਹਨਾਂ ਨੇ ਸੋਚਿਆ ਕਿ ਇਹ ਜ਼ਰੂਰ ਕੋਈ ਪਰਮਾਤਮਾ ਦਾ ਰੂਪ ਹੈ ਜੋ ਇੰਨੀ ਜਲਦੀ ਪਾਠ ਯਾਦ ਕਰ ਲੈਂਦਾ ਹੈ। ਇਸ ਬਾਲਕ ਨੂੰ ਉੱਚ ਸਿੱਖਿਆ ਦੇਣ ਲਈ ਕਾਸ਼ੀ ਜਾਂ ਕਸ਼ਮੀਰ ਭੇਜਣਾ ਚਾਹੀਦਾ ਹੈ। ਉਸੇ ਸਮੇਂ ਬਾਬਾ ਸ਼੍ਰੀ ਚੰਦ ਜੀ ਦੇ ਦਾਦਾ ਜੀ ਉੱਥੇ ਆ ਗਏ ਅਤੇ ਉਹਨਾਂ ਨੂੰ ਪੰਡਿਤ ਜੀ ਨੇ ਕਿਹਾ ਕਿ ਇਹਨਾਂ ਨੂੰ ਉੱਚ ਸਿੱਖਿਆ ਦੇਣ ਲਈ ਕਾਸ਼ੀ ਜਾਂ ਕਸ਼ਮੀਰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਭੇਜਣਾ ਚਾਹੀਦਾ ਹੈ। ਕਾਸ਼ੀ ਜਾਂ ਕਸ਼ਮੀਰ ਵਿੱਚ ਉੱਚ ਵਿੱਦਿਆ ਦੇ ਕੇਂਦਰ ਹਨ। ਤੁਸੀਂ ਇਹਨੂੰ ਉਸ ਜਗ੍ਹਾ ਤੇ ਸੰਸਕ੍ਰਿਤ ਦਾ ਅਧਿਐਨ ਕਰਨ ਲਈ ਭੇਜੋ। ਇਹ ਬਾਲਕ ਵੱਡਾ ਹੋ ਕੇ ਜ਼ਰੂਰ ਕੋਈ ਧਰਮ ਪ੍ਰਚਾਰਕ ਬਣੇਗਾ। ਕਾਸ਼ੀ ਜਾਂ ਕਸ਼ਮੀਰ ਵਿੱਚ ਇਸ ਨੂੰ ਸਹੀ ਸਿੱਖਿਆ ਮਿਲ ਸਕਦੀ ਹੈ। ਜਦ ਇਹ ਸ਼ਬਦ ਦਾਦਾ ਜੀ ਨੇ ਸੁਣੇ ਤਾਂ ਉਹ ਪੰਡਿਤ ਜੀ ਨੂੰ ਕਹਿਣ ਲੱਗੇ ਕਿ ਇਹ ਸਭ ਤਾਂ ਠੀਕ ਹੈ। ਇਹ ਬਾਲਕ ਸ਼ੁਭ ਕਰਮਾਂ ਵਾਲਾ ਪ੍ਰਤੀਤ ਹੁੰਦਾ ਹੈ। ਮੇਰੇ ਮਨ ਵਿੱਚ ਇੱਕੋ ਚਿੰਤਾ ਹੈ ਕਿ ਇਹ ਵੀ ਵੱਡਾ ਹੋ ਕੇ ਆਪਣੇ ਪਿਤਾ ਵਾਂਗ ਕਿਤਰੇ ਘਰ ਛੱਡ ਕੇ ਬਾਹਰ ਧਰਮ ਪ੍ਰਚਾਰ ਭਾਵ ਲੋਕ ਕਲਿਆਣ ਲਈ ਨਾ ਚਲਿਆ ਜਾਵੇ। ਮੇਰਾ ਵਿਚਾਰ ਹੈ ਕਿ ਇਸ ਬਾਲਕ ਦੀ ਸ਼ਾਦੀ ਕਰ ਦਿਆਂ। ਮੈਨੂੰ ਵਿਦਵਾਨ ਬਣਾਉਣ ਵਿੱਚ ਕੋਈ ਖੁਸ਼ੀ ਨਹੀਂ ਹੈ। ਮੈਂ ਤਾਂ ਵਿਵਹਾਰਿਕ ਕੰਮਾਂ ਵਿੱਚ ਇਸ ਬਾਲਕ ਨੂੰ ਲਿਆਉਣਾ ਚਾਹੁੰਦਾ ਹਾਂ। ਸੰਸਕ੍ਰਿਤ ਦੀ ਉੱਚ ਵਿੱਦਿਆ ਪ੍ਰਾਪਤ ਕਰਕੇ ਅਗਰ ਪਿਤਾ ਵਾਂਗੂ ਲੋਕਾਂ ਨੂੰ ਉਪਦੇਸ਼ ਦੇਣ ਵਾਲਾ ਬਣ ਗਿਆ ਤਾਂ ਸਾਨੂੰ ਕੀ ਲਾਭ ਹੋਵੇਗਾ। ਮੈਂ ਇਸ ਬਾਲਕ ਨੂੰ ਫਾਰਸੀ ਵਿੱਚ ਪੜ੍ਹਾਉਣਾ ਚਾਹੁੰਦਾ ਹਾਂ ਅਤੇ ਪਟਵਾਰੀ ਦਾ ਕੰਮ ਸਿਖਾਵਾਂਗਾ। ਦੇਣ ਲੈਣ ਦੇ ਲੇਖਾ ਜੋਖਾ ਕਰਨ ਵਿੱਚ ਉੱਚ ਵਿਦਵਾਨ ਬਣਾਵਾਂਗਾ। ਇਜਾਰਤ ਦੇ ਕੰਮਾਂ ਵਿੱਚ ਇਸ ਨੂੰ ਨਿਪੁੰਨ ਬਣਾਵਾਂਗਾ। ਜੱਗ ਵਿੱਚ ਜੋ ਚਤੁਰਾਈ ਨਾਲ ਵਿਵਹਾਰ ਕਰਦਾ ਹੈ ਉਸ ਨੂੰ ਸੰਸਾਰ ਵਿੱਚ ਇੱਜ਼ਤ ਮਿਲਦੀ ਹੈ। ਉਸ ਦਾ ਸੰਸਾਰ ਵਿੱਚ ਮਾਣ ਵੱਧਦਾ ਹੈ। ਮੈਂ ਇਹੀ ਚਾਹੁੰਦਾ ਹਾਂ ਕਿ ਵਿਵਹਾਰ ਵਿੱਚ ਚਤੁਰ ਹੋਵੇ, ਅਮੀਰ ਆਦਮੀ ਬਣੇ, ਵਪਾਰ ਆਦਿ ਦੇ ਕੰਮਾਂ ਵਿੱਚ ਨਿਪੁੰਨ ਹੋਵੇ। ਮਗਰ ਮੈਨੂੰ ਸੰਦੇਹ ਹੈ ਕਿ ਇਹ ਬਾਲਕ ਸੰਸਾਰੀ ਕੰਮਾਂ ਵਿੱਚ ਹਿੱਸਾ ਨਹੀਂ ਲਵੇਗਾ।
ਕਾਲੂ ਰਾਏ ਜੀ ਦੀ ਇਹ ਗੱਲ ਸੁਣ ਕੇ ਪੰਡਤ ਜੀ ਨਿਰਾਸ਼ ਹੋ ਗਏ, ਕਿਉਂਕਿ ਪੰਡਤ ਜੀ ਚਾਹੁੰਦੇ ਸਨ ਕਿ ਇਹ ਬਾਲਕ ਵੱਡਾ ਹੋ ਕੇ ਪੂਰਨ ਗਿਆਨ ਪ੍ਰਾਪਤ ਕਰਕੇ ਲੋਕਾਂ ਨੂੰ ਉਪਦੇਸ਼ ਦੇਵੇ। ਕਾਲੂ ਜੀ ਦੀ ਇਹ ਗੱਲ ਸੁਣ ਕੇ ਪੰਡਤ ਜੀ ਨਿਰਾਸ਼ ਹੋਏ। ਜਦ ਬਾਬਾ ਸ਼੍ਰੀ ਚੰਦ ਜੀ ਨੇ ਦਾਦਾ ਕਾਲੂ ਜੀ ਦੇ ਇਹ ਸ਼ਬਦ ਸੁਣੇ ਤਾਂ ਉਹਨਾਂ ਨੇ ਆਪਣੇ ਮਨ ਵਿੱਚ ਕੁਝ ਵਿਚਾਰ ਕੀਤੀ। ਉਹਨਾਂ ਨੇ ਕਿਹਾ ਕਿ ਮੈਂ ਆਪਣੀ ਮਾਤਾ ਜੀ ਪਾਸ ਜਾਊਂਗਾ। ਉਸ ਸਮੇਂ ਮਾਤਾ ਸੁਲੱਖਣੀ ਜੀ ਪੱਖੋ ਕੇ ਰਹਿੰਦੇ ਸਨ। ਤਦ ਦਾਦਾ ਜੀ ਦੀ ਆਗਿਆ ਲੈ ਕੇ ਮਹਾਰਾਜ ਜੀ ਨੇ ਪੱਖੋਂ ਆ ਕੇ ਮਾਤਾ ਜੀ ਦੇ ਚਰਨਾਂ ਉੱਤੇ ਪ੍ਰਣਾਮ ਕੀਤੀ। ਮਾਤਾ ਸੁਲੱਖਣੀ ਜੀ ਬਹੁਤ ਜ਼ਿਆਦਾ ਖੁਸ਼ ਹੋ ਕੇ ਬਾਬਾ ਸ਼੍ਰੀ ਚੰਦ ਜੀ ਨੂੰ ਮਿਲੇ। ਮਹਾਰਾਜ ਜੀ ਨੇ ਨਾਨਾ ਤੇ ਨਾਨੀ ਜੀ ਕੋਲੋਂ ਵੀ ਆਸ਼ੀਰਵਾਦ ਲਿਆ। ਉਹਨਾਂ ਨੇ ਉਹਨਾਂ ਨੂੰ ਸੀਸ ਝੁਕਾਇਆ ਤੇ ਆਸ਼ੀਰਵਾਦ ਲਿਆ। ਨਾਨਾ ਨਾਨੀ ਜੀ ਨੇ ਚਿਰੰਜੀਵੀ ਦਾ ਆਸ਼ੀਰਵਾਦ ਦਿੱਤਾ ਅਤੇ ਬਾਬਾ ਸ਼੍ਰੀ ਚੰਦ ਜੀ ਦੇ ਸਿਰ ਤੇ ਪਿਆਰ ਨਾਲ ਹੱਥ ਫੇਰਿਆ। ਮਹਾਰਾਜ ਜੀ ਨਮੋ ਨਮੋ ਕਹਿੰਦੇ ਰਹੇ। ਘਰ ਘਰ ਵਿੱਚ ਇਹ ਚਰਚਾ ਹੋਣ ਲੱਗ ਪਈ ਕਿ ਬਾਬਾ ਜੀ ਕੋਈ ਚਮਤਕਾਰੀ ਬਾਲਕ ਹਨ, ਜਿਨ੍ਹਾਂ ਨੂੰ ਦੇਖ ਕੇ ਮਨ ਪ੍ਰਸੰਨ ਹੋ ਜਾਂਦਾ ਹੈ, ਕੋਈ ਸ਼ੰਕਾ ਨਹੀਂ ਰਹਿੰਦਾ। ਉਧਰ ਮਾਤਾ ਜੀ ਸੱਸ ਸਸੁਰ ਦੀ ਰਾਜੀ ਖੁਸ਼ੀ ਪੁੱਛਣ ਲੱਗ ਪਏ ਅਤੇ ਮਾਤਾ ਜੀ ਨੇ ਪੁੱਛਿਆ ਕਿ ਆਪ ਇੱਥੇ ਕਿਵੇਂ ਆਏ ਹੋ, ਮੇਰੇ ਮਨ ਵਿੱਚ ਸੰਦੇਹ ਹੋ ਰਿਹਾ ਹੈ। ਤਦ ਬਾਬਾ ਸ਼੍ਰੀ ਚੰਦ ਜੀ ਨੇ ਨਵੇਕਲੇ ਸਥਾਨ ਦੇ ਕੇ ਸਿਰ ਨਿਵਾ ਕੇ ਮਾਤਾ ਪ੍ਰਤੀ ਨਿਮਰਤਾ ਦੇ ਨਾਲ ਕਿਹਾ ਕਿ ਦਾਦਾ ਦਾਦੀ ਜੀ ਰਾਜੀ ਖੁਸ਼ੀ ਹਨ, ਤਲਵੰਡੀ ਵਿੱਚ ਬਿਰਾਜਮਾਨ ਹਨ। ਹੁਣ ਮੈਂ ਆਉਣ ਦਾ ਕਾਰਨ ਦੱਸਦਾ ਹਾਂ। ਮੈਨੂੰ ਪੰਡਤ ਹਰਦਿਆਲ ਜੀ ਨੇ ਵਿਦਿਆ ਪੜ੍ਹਾ ਦਿੱਤੀ ਹੈ ਅਤੇ ਅੱਗੋਂ ਪੜ੍ਹਨ ਲਈ ਮੈਨੂੰ ਕਸ਼ਮੀਰ ਭੇਜਣਾ ਚਾਹੁੰਦੇ ਹਨ, ਮਗਰ ਮੇਰੀ ਇੱਛਾ ਹੈ ਕਿ ਮੈਂ ਵੀ ਕਸ਼ਮੀਰ ਜਾਵਾਂ। ਪਰ ਦਾਦਾ ਜੀ ਮੈਨੂੰ ਭੇਜਣਾ ਨਹੀਂ ਚਾਹੁੰਦੇ। ਉਹ ਮੈਨੂੰ ਪਟਵਾਰੀ ਦਾ ਕੰਮ ਸਿਖਾਉਣਾ ਚਾਹੁੰਦੇ ਹਨ। ਉਹ ਮੇਰਾ ਵਿਆਹ ਕਰਵਾਉਣਾ ਚਾਹੁੰਦੇ ਹਨ, ਪਰ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦਾ। ਮੈਂ ਸੰਸਾਰ ਵਿੱਚ ਫਿਰ ਕੇ ਧਰਮ ਉਪਦੇਸ਼ ਦੇਣਾ ਚਾਹੁੰਦਾ ਹਾਂ, ਮਗਰ ਦਾਦਾ ਜੀ ਦੇ ਵਿਚਾਰ ਮੇਰੇ ਤੋਂ ਉਲਟ ਹਨ ਅਤੇ ਉਹ ਕਹਿੰਦੇ ਹਨ ਕਿ ਪਟਵਾਰੀ ਬਣ ਅਤੇ ਧਨ ਕਮਾਓ। ਕਿਉਂਕਿ ਸਰਕਾਰੀ ਇਲਮ ਫਾਰਸੀ ਹੈ, ਇਸ ਲਈ ਉਹ ਮੈਨੂੰ ਫਾਰਸੀ ਸਿਖਾਉਣਾ ਚਾਹੁੰਦੇ ਹਨ, ਮਗਰ ਮੈਂ ਇਸ ਵਿਚਾਰ ਦੇ ਉਲਟ ਹਾਂ। ਮੈਂ ਸੰਸਕ੍ਰਿਤ ਸਿੱਖਣਾ ਚਾਹੁੰਦਾ ਹਾਂ। ਮੈਂ ਸੰਸਕ੍ਰਿਤ ਵਿੱਚ ਵਿਦਿਆ ਪ੍ਰਾਪਤ ਕਰਨੀ ਚਾਹੁੰਦਾ ਹਾਂ, ਜਿਸ ਨੂੰ ਗ੍ਰਹਿਣ ਕਰਕੇ ਮੈਂ ਲੋਕਾਂ ਨੂੰ ਸਹੀ ਉਪਦੇਸ਼ ਦੇ ਸਕਾਂ ਅਤੇ ਲੋਕਾਂ ਨੂੰ ਸਿੱਧੇ ਰਸਤੇ ਤੇ ਪਾ ਕੇ ਸੱਚ ਦਾ ਉਪਦੇਸ਼ ਦੇ ਸਕਾਂ ਅਤੇ ਲੋਕਾਂ ਦਾ ਮਾਰਗਦਰਸ਼ਨ ਕਰ ਸਕਾਂ। ਭਗਵਾਨ ਜੀ ਕਹਿਣ ਲੱਗੇ ਕਿ ਆਪ ਨੇ ਦੋਨਾਂ ਪਾਸਿਆਂ ਦੀ ਗੱਲ ਸੁਣ ਲਈ ਹੈ। ਹੁਣ ਆਪ ਹੀ ਇਹਨਾਂ ਗੱਲਾਂ ਦਾ ਤੱਤ ਦੱਸੋ। ਹੇ ਮਾਤਾ ਜੀ, ਮੈਨੂੰ ਆਗਿਆ ਕਰੋ। ਮੈਂ ਸੰਸਾਰ ਦੇ ਕਲੇਸ਼ ਕੱਟਣ ਵਾਸਤੇ ਭਰਮਣ ਕਰਾਂ ਜਾਂ ਦਾਦਾ ਜੀ ਦੇ ਵਿਚਾਰ ਮੰਨਾਂ। ਮੇਰੇ ਅਤੇ ਦਾਦਾ ਜੀ ਦੇ ਵਿਚਾਰ ਉਲਟ ਹਨ। ਹੇ ਮਾਤਾ ਜੀ, ਮੈਨੂੰ ਗ੍ਰਸਤ ਜੰਜਾਲ ਲੱਗਦਾ ਹੈ। ਇਸ ਵਿੱਚ ਮੈਂ ਫਸਣਾ ਨਹੀਂ ਚਾਹੁੰਦਾ। ਮੈਂ ਆਪਣੇ ਵਿਚਾਰ ਆਪ ਤੇ ਅੱਗੇ ਰੱਖ ਦਿੱਤੇ ਹਨ। ਮੈਨੂੰ ਆਪ ਜੀ ਉੱਤੇ ਪੂਰਨ ਵਿਸ਼ਵਾਸ ਹੈ। ਮਾਤਾ ਜੀ ਨੇ ਪ੍ਰਭੂ ਦੇ ਸ਼ੁਭ ਵਿਚਾਰ ਸੁਣੇ ਅਤੇ ਮਨ ਪ੍ਰਸੰਨ ਹੋ ਗਿਆ। ਮਾਤਾ ਜੀ ਦੇ ਵਿਚਾਰ ਵੀ ਬਾਬਾ ਸ਼੍ਰੀ ਚੰਦ ਜੀ ਨਾਲ ਮਿਲ ਰਹੇ ਸਨ। ਉਹਨਾਂ ਦੇ ਵਿਚਾਰ ਬਾਬਾ ਸ਼੍ਰੀ ਚੰਦ ਜੀ ਨਾਲ ਪੂਰੀ ਤਰ੍ਹਾਂ ਮਿਲੇ ਹੋਏ ਸਨ। ਮਾਤਾ ਜੀ ਵੀ ਬਾਬਾ ਸ਼੍ਰੀ ਚੰਦ ਜੀ ਨੂੰ ਉੱਚ ਵਿਦਿਆ ਦੇਣ ਲਈ ਕਸ਼ਮੀਰ ਭੇਜਣ ਲਈ ਤਿਆਰ ਹੋ ਗਈ।
ਮਾਤਾ ਜੀ ਨੇ ਸਵੀਕਾਰ ਕਰ ਲਿਆ, ਕਿਉਂਕਿ ਮਾਤਾ ਜੀ ਨੂੰ ਪੂਰਨ ਗਿਆਨ ਸੀ। ਜਦ ਦੇ ਗੁਰੂ ਨਾਨਕ ਦੇਵ ਜੀ ਦੁਨੀਆ ਦੀ ਯਾਤਰਾ ਲਈ ਗਏ ਹੋਏ ਸਨ, ਮਾਤਾ ਜੀ ਭਜਨ ਬੰਦਗੀ ਵਿੱਚ ਮਗਨ ਰਹਿੰਦੇ ਸਨ। ਇਸ ਕਰਕੇ ਮਾਤਾ ਜੀ ਨੇ ਕਿਹਾ ਕਿ ਆਪ ਨੂੰ ਕਸ਼ਮੀਰ ਜਾ ਕੇ ਵਿਦਿਆ ਪ੍ਰਾਪਤ ਕਰਨੀ ਚਾਹੀਦੀ ਹੈ। ਇਸ ਸ਼ੁਭ ਕਰਮ ਵਿੱਚ ਦੇਰ ਨਾ ਕਰੋ, ਧੀਰਜ ਧਰ ਕੇ ਰੱਖੋ, ਉੱਚ ਵਿਦਿਆ ਪ੍ਰਾਪਤ ਕਰੋ, ਸ਼ੁਭ ਕਰਮ ਕਰੋ, ਸੱਚ ਬੋਲੋ, ਧਰਮ ਦਾ ਉਪਦੇਸ਼ ਦੇਵੋ, ਸੁਬਹ ਸ਼ਾਮ ਈਸ਼ਵਰ ਦਾ ਸਿਮਰਨ ਕਰੋ, ਨੇਕ ਕੰਮ ਕਰੋ ਅਤੇ ਨੇਕ ਕੰਮਾਂ ਵਿੱਚ ਆਪਣਾ ਹਿੱਸਾ ਪਾਓ। ਗੁਰੂ ਦਾ ਉਪਦੇਸ਼ ਮਨ ਵਿੱਚ ਧਾਰ ਕੇ ਨੇਮ ਆਚਾਰ ਆਦਿ ਸ਼ੁਭ ਕਰਮ ਕਰੋ, ਪਰ ਕਦੇ-ਕਦੇ ਮੈਨੂੰ ਦਰਸ਼ਨ ਦੇਣ ਜ਼ਰੂਰ ਆਉਣਾ। ਇਸ ਤਰ੍ਹਾਂ ਮਾਤਾ ਜੀ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਉਪਦੇਸ਼ ਦਿੱਤਾ। ਬਾਬਾ ਸ਼੍ਰੀ ਚੰਦ ਜੀ ਮਾਤਾ ਜੀ ਦੀ ਆਗਿਆ ਲੈ ਕੇ ਸਵੇਰ ਹੁੰਦਿਆਂ ਹੀ ਕੁਝ ਗ੍ਰੰਥ ਲੈ ਕੇ, ਚਾਵਲ ਦਹੀਂ ਖਾ ਕੇ, ਮਾਤਾ ਜੀ ਨੂੰ ਪ੍ਰਣਾਮ ਕਰਕੇ ਕਸ਼ਮੀਰ ਨੂੰ ਚੱਲ ਪਏ। ਮਗਰ ਮਾਤਾ ਜੀ ਮੋਹ ਵਿੱਚ ਆ ਕੇ ਅਥਰੂ ਬਹਾਣ ਲੱਗ ਪਏ। ਪੁੱਤਰ ਦੇ ਪਿੱਛੇ ਪਿੱਛੇ ਤੁਰ ਪਏ। ਪਿੰਡ ਤੋਂ ਬਾਹਰ ਜਾ ਕੇ ਮਾਤਾ ਜੀ ਨੇ ਸਿਰ ਉੱਤੇ ਹੱਥ ਰੱਖ ਕੇ ਪਿਆਰ ਦਿੱਤਾ ਅਤੇ ਕਿਹਾ, ਹੁਣ ਸਿੱਧੇ ਕਸ਼ਮੀਰ ਜਾਵੋ, ਰਤਾ ਵੀ ਦੇਰ ਨਾ ਕਰੋ। ਮਾਤਾ ਜੀ ਪੁੱਤਰ ਨੂੰ ਧੀਰਜ ਦਿੰਦੇ ਹਨ ਅਤੇ ਅੱਖਾਂ ਵਿੱਚੋਂ ਮੋਤੀਆਂ ਵਰਗੇ ਅਥਰੂ ਡਿੱਗ ਰਹੇ ਸਨ। ਮਾਤਾ ਜੀ ਨੇ ਅਖੀਰ ਉੱਤੇ ਫਿਰ ਕਿਹਾ, ਪੁੱਤਰ ਜਾਓ, ਮੈਂ ਇੱਥੇ ਤੁਹਾਡਾ ਇੰਤਜ਼ਾਰ ਕਰਾਂਗੀ, ਪਰ ਕਦੇ-ਕਦੇ ਮੈਨੂੰ ਮਿਲਣ ਲਈ ਜ਼ਰੂਰ ਆਇਆ ਕਰਿਓ। ਭਗਵਾਨ ਤੁਹਾਡੀ ਰੱਖਿਆ ਕਰਨਗੇ, ਬੁੱਧੀ ਵਧੇਗੀ, ਧੀਰਜ ਵਧੇਗਾ। ਆਪ ਜੀ ਲੋਕਾਂ ਦੀ ਸਹਾਇਤਾ ਕਰਨਾ, ਸਦਾ ਹੀ ਸਦਾਚਾਰੀ ਦਾ ਜੀਵਨ ਬਤੀਤ ਕਰਨਾ। ਇਹ ਉਪਦੇਸ਼ ਦੇ ਕੇ ਮਾਤਾ ਜੀ ਪਿੱਛੇ ਮੁੜ ਗਏ, ਪਰ ਜਦ ਬਾਬਾ ਸ਼੍ਰੀ ਚੰਦ ਜੀ ਤੁਰ ਪਏ ਅਤੇ ਮਾਤਾ ਜੀ ਉਹਨਾਂ ਨੂੰ ਦੇਖਦੇ ਰਹੇ, ਜਦ ਤੱਕ ਬਾਬਾ ਸ਼੍ਰੀ ਚੰਦ ਜੀ ਪੈਦਲ ਜਾਂਦੇ ਜਾਂਦੇ ਅਦ੍ਰਿਸ਼ ਨਾ ਹੋਏ, ਤਦ ਮਾਤਾ ਜੀ ਉਹਨਾਂ ਨੂੰ ਦੇਖਦੇ ਰਹੇ। ਪਰ ਸਰੀਰ ਵਿੱਚ ਹੁਣ ਬੱਚੇ ਨੂੰ ਮਿਲਣ ਦੀ ਤਾਂਘ ਸੀ, ਮਨ ਉਦਾਸ ਸੀ। ਚੰਨ ਨਾਲੋਂ ਸੋਹਣਾ ਸੁੰਦਰ ਰੂਪ ਬਾਬਾ ਸ਼੍ਰੀ ਚੰਦ ਜੀ ਦਾ ਦੇਖਣ ਨੂੰ ਤਰਸ ਰਹੇ ਸਨ। ਉਧਰ ਬਾਬਾ ਸ਼੍ਰੀ ਚੰਦ ਜੀ ਹੌਲੀ-ਹੌਲੀ ਕਸ਼ਮੀਰ ਪਹੁੰਚ ਗਏ, ਜਿੱਥੇ ਜਾ ਕੇ ਪੰਡਤ ਪਰਸ਼ੋਤਮ ਕੌਲ ਜੀ ਨੂੰ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਦੀ ਜੈ।